ਕਹਿੰਦੇ ਨਾ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਨਾ ਕਦੇ ਮਾਰੇ। ਤੇ ਅੱਜ ਅਸੀਂ ਆਪਣੀ ਪੋਲੀਟੀਕਲ ਈਗੋ ਕਰਕੇ ਇਹਨਾਂ ਗੱਲਾਂ ਕਰਕੇ ਆਪਣੀ SGPC ਨੂੰ ਕਿਉਂ ਕਮਜ਼ੋਰ ਕਰ ਰਹੇ ਹਾਂ। ਜਦ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਵਿਰੋਧੀ ਸ਼ਕਤੀਆਂ ਨੇ ਜਾਂ ਸਮੇਂ ਦੀਆਂ ਸਰਕਾਰਾਂ ਨੇ ਹਮਲੇ ਕੀਤੇ ਤੇ ਸਿੱਖਾਂ ਨੇ ਇਕਜੁੱਟ ਹੋ ਕੇ, ਚਾਹੇ ਪੰਜਾਬ 'ਚ ਬੈਠੇ ਹੈ, ਚਾਹੇ ਹਰਿਆਣੇ 'ਚ ਬੈਠੇ ਹੈ, ਚਾਹੇ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠੇ ਹੈ, ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਜਿਹੜਾ ਹੈ ਉਹਦਾ ਡਟ ਕੇ ਮੁਕਾਬਲਾ ਕੀਤਾ ਤੇ ਵਿਰੋਧ ਕਰਦੇ ਰਹੇ। ਚਾਹੇ ਜਦੋਂ ਦੇਸ਼ ਆਜ਼ਾਦ ਹੋਇਆ ਜਵਾਹਰ ਲਾਲ ਨਹਿਰੂ ਦੀ ਗੱਲ ਕਰ ਲਈਏ, ਇੰਦਰਾ ਗਾਂਧੀ ਦੀ ਗੱਲ ਕਰ ਲਈਏ, ਪਹਿਲੇ ਦਿਨ ਤੋਂ ਹੀ ਇਹਨਾਂ ਦੀ ਕੋਸ਼ਿਸ਼ ਰਹੀ ਹੈ ਕਿ SGPC ਨੂੰ ਕਮਜ਼ੋਰ ਕੀਤਾ ਜਾਵੇ। ਔਰ ਚਲਦੇ ਵੱਖ-ਵੱਖ ਇਹਨਾਂ ਨੇ ਜਦੋਂ ਵੀ ਇਹਨਾਂ ਨੇ ਕੋਈ ਨਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਆ, ਆਪਣੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ SGPC ਨੂੰ, ਸਿੱਖ ਸੰਗਤ ਨੇ ਹਮੇਸ਼ਾ ਹੀ ਡਟ ਕੇ ਇਹਨਾਂ ਦਾ ਵਿਰੋਧ ਕੀਤਾ ਹੈ ਔਰ SGPC ਦਾ ਸਾਥ ਦਿੱਤਾ ਹੈ। ਪਰ ਦੁੱਖ ਇਸ ਗੱਲ ਦਾ ਕਿ ਹੁਣ ਉਹਨਾਂ ਤਾਕਤਾਂ ਦੇ ਸਾਡੇ ਹੀ ਲੋਕ ਜਿਹੜੇ ਨੇ ਉਹਨਾਂ ਦੇ ਕੁਹਾੜੇ ਦਾ ਦਸਤਾ ਬਣ ਗਏ, ਦਾਦੂਵਾਲ ਵਰਗੇ। ਚਾਹੇ ਕੋਈ ਵੀ ਵਿਅਕਤੀ ਆ, ਇੱਕ ਦਲਜੀਤ ਗਿੱਲ ਮੈਂ ਗੱਲ ਕਰਨਾ ਚਾਹੁੰਦਾ, ਦਲਜੀਤ ਵੀਰ, ਕਿ ਚਾਹੇ ਕੋਈ ਕਾਂਗਰਸੀ ਵੀ ਆ ਨਾ, ਚਾਹੇ ਕੋਈ ਦੂਜੀ ਪਾਰਟੀ ਦਾ ਵੀ ਆ, ਹਰ ਇੱਕ ਬੰਦੇ ਦੇ ਮਨ 'ਤੇ ਇਸ ਚੀਜ਼ ਦਾ ਬੋਝ ਵਾ ਕਿ SGPC ਨੂੰ ਇੰਨਾ ਜ਼ਿਆਦਾ ਕਮਜ਼ੋਰ ਕੀਤਾ ਗਿਆ ਵਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਰੋਜ਼ਾਨਾ ਪ੍ਰਾਈਮ ਨਿਊਜ਼ ਦੇ ਨਾਲ ਬਣੇ ਹੋ। ਮੈਂ ਤੁਹਾਡਾ ਆਪਣਾ ਦਲਜੀਤ ਸਿੰਘ। ਤੇ ਹਰਿਆਣਾ ਨੇ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਕਰ ਲਈ ਹੈ, ਜਿਸ ਦੇ ਕਾਰਨ ਅੱਜ ਪ੍ਰੋਫੈਸਰ ਵਿਰਸਾ ਸਿੰਘ ਵਲਟੋਆ ਸਾਡੇ ਨਾਲ ਨੇ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਨੇ, ਤੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੀ ਹੈ ਪੂਰਾ ਮਾਮਲਾ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ। ਵਲਟੋਆ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਤੇ ਕੀ ਹੈ ਪੂਰਾ ਮਾਮਲਾ ਜੀ? ਦੇਖੋ, ਬੜੇ ਸਾਡੇ ਵਾਸਤੇ ਅਸੀਂ ਹਮੇਸ਼ਾ ਹੀ ਫਖਰ ਮਹਿਸੂਸ ਕਰਦੇ ਰਹੇ ਹਾਂ ਕਿ ਸਾਡੇ ਵੱਡ ਵਡੇਰਿਆਂ ਨੇ ਬੜੀਆਂ ਤੇਗਾਂ ਮਾਰੀਆਂ, ਬੜੀਆਂ ਕੁਰਬਾਨੀਆਂ ਦੇ ਕੇ ਉਸ ਹਕੂਮਤ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ, ਜਿਨ੍ਹਾਂ ਦੇ ਰਾਜ ਵਿੱਚ ਸੂਰਜ ਵੀ ਨਹੀਂ ਸੀ ਛਿਪਦਾ। ਅੰਗਰੇਜ਼ਾਂ ਦੀ ਛਾਤੀ 'ਤੇ ਗੋਡਾ ਰੱਖ ਕੇ ਮਜਬੂਰ ਕਰਕੇ ਸਾਡੇ ਉਸ ਸਮੇਂ ਦੇ ਸਿੱਖ ਸਰਦਾਰਾਂ ਨੇ, ਸਾਡੇ ਆਗੂਆਂ ਨੇ, ਜਿਹੜਾ ਸਾਡੀ ਕੌਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਥਾਹ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਲਿਆਂਦੀ। ਔਰ ਲਗਭਗ 22 ਸਾਲ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਰਾਜ ਕੀਤਾ ਹੈ ਦੇਸ਼ ਦੇ ਉੱਤੇ, ਪਰ ਉਹਨਾਂ ਦੀ ਕਦੀ ਜ਼ਰੂਰਤ ਨਹੀਂ ਸੀ ਪਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਗਾਹ ਵੀ ਕਰ ਜਾਣ। ਪਰ ਦੇਸ਼ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦੇ ਧਰਮ ਦੇ ਵਿੱਚ ਹੀ ਵੱਡੇ ਪੱਧਰ 'ਤੇ ਦਖਲਅੰਦਾਜ਼ੀ ਉਸੇ ਸਮੇਂ ਤੋਂ ਸ਼ੁਰੂ ਹੋ ਗਈ। ਔਰ ਜਦ ਕਦੇ ਵੀ ਅਜਿਹੀ ਦਖਲਅੰਦਾਜ਼ੀ ਸਮੇਂ ਦੇ ਹਾਕਮਾਂ ਵੱਲੋਂ ਕੀਤੀ ਗਈ, ਚਾਹੇ ਜਵਾਹਰ ਲਾਲ ਨਹਿਰੂ ਸੀ, ਚਾਹੇ ਇੰਦਰਾ ਗਾਂਧੀ ਸੀ, ਚਾਹੇ ਹੋਰ ਸੀਗੇ, ਅਤੇ ਸਿੱਖਾਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੁਰੇ ਦੇ ਦੁਆਲੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਸਰਵਉੱਚ ਸਥਾਨ ਦੇ ਦੁਆਲੇ ਇਕੱਤਰ ਹੋ ਕੇ ਉਹਨਾਂ ਤਾਕਤਾਂ ਦਾ ਸਾਹਮਣਾ ਕੀਤਾ ਅਤੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਕਦੀ ਛਾਛ ਨੇਪਰੇ ਨਹੀਂ ਚੜ੍ਹਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਵਾਸਤੇ ਇਹ ਮਿੱਥ ਕੇ ਕਿ ਇਹ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਕਮਜ਼ੋਰ ਕਰ ਦਿੰਦੇ ਹਾਂ ਤਾਂ ਸਿੱਖ ਸ਼ਕਤੀ ਆਪਣੇ ਆਪ ਹੀ ਕਮਜ਼ੋਰ ਹੋ ਜਾਊਗੀ, ਪਰ ਉਹ ਚਾਲਾਂ ਨਹੀਂ ਸੀ ਕਾਮਯਾਬ ਹੋਈਆਂ। ਔਰ ਜਦ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਵਿਰੋਧੀ ਸ਼ਕਤੀਆਂ ਨੇ ਜਾਂ ਸਮੇਂ ਦੀਆਂ ਸਰਕਾਰਾਂ ਨੇ ਹਮਲੇ ਕੀਤੇ ਤੇ ਸਿੱਖਾਂ ਨੇ ਇਕਜੁੱਟ ਹੋ ਕੇ, ਚਾਹੇ ਪੰਜਾਬ 'ਚ ਬੈਠੇ ਹੈ, ਚਾਹੇ ਹਰਿਆਣੇ 'ਚ ਬੈਠੇ ਹੈ, ਚਾਹੇ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠੇ ਹੈ, ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਜਿਹੜਾ ਹੈ ਉਹਦਾ ਡਟ ਕੇ ਮੁਕਾਬਲਾ ਕੀਤਾ ਤੇ ਵਿਰੋਧ ਕਰਦੇ ਰਹੇ। ਅਤੇ ਹਮੇਸ਼ਾ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਸੀ ਜਾਂ ਜਿਹੜੀਆਂ ਉਹ ਵਿਰੋਧੀ ਸ਼ਕਤੀਆਂ ਸੀ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਪਰ ਦੁੱਖ ਇਸ ਗੱਲ ਦਾ ਕਿ ਹੁਣ ਉਹਨਾਂ ਤਾਕਤਾਂ ਦੇ ਸਾਡੇ ਹੀ ਲੋਕ ਜਿਹੜੇ ਨੇ ਉਹਨਾਂ ਦੇ ਕੁਹਾੜੇ ਦਾ ਦਸਤਾ ਬਣ ਗਏ, ਦਾਦੂਵਾਲ ਵਰਗੇ। ਅਤੇ 2014 ਦੇ ਵਿੱਚ ਉਹ ਕਾਂਗਰਸ ਜਿਹੜੀ ਸਿੱਖਾਂ ਦੀ ਵੱਡੀ ਵਿਰੋਧੀ ਪਾਰਟੀ ਹੈ ਅਤੇ ਜਿਹਨੇ ਹਮੇਸ਼ਾ ਹੀ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਸੀ ਅਤੇ ਕਾਮਯਾਬ ਨਹੀਂ ਸੀ ਹੋ ਸਕੇ, ਉਹਨਾਂ ਦੇ ਮਨਸੂਬੇ ਪੂਰੇ ਕਰਨ ਲਈ
ਇਹੋ ਜਿਹੇ ਜਾ ਕੇ ਉਹਨਾਂ ਦੇ ਨਾਲ ਖੜੋਤੇ ਅਤੇ ਉਹਨਾਂ ਨੇ 2014 ਦੇ ਵਿੱਚ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਾ ਦਿੱਤਾ। ਉਹਨੂੰ ਕੁਦਰਤੀ ਚੈਲੰਜ ਕਰਨਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੈਲੰਜ ਕੀਤਾ ਔਰ ਹਰਿਆਣਾ ਕਮੇਟੀ ਨੇ ਤਾਂ ਉਹਦੀ ਪੈਰਵਾਈ ਕਰਨੀ ਸੀ। ਔਰ ਜਿਹੜੀ ਉਸ ਸਮੇਂ ਦੀ ਕਾਂਗਰਸ ਸਰਕਾਰ ਸੀਗੀ, ਪਰ ਦੁੱਖ ਇਸ ਗੱਲ ਦਾ ਕਿ ਉਸ ਤੋਂ ਬਾਅਦ ਆਉਣ ਵਾਲੀ ਭਾਰਤੀ ਜਨਤਾ ਪਾਰਟੀ ਜੀ ਤੋਂ ਅਸੀਂ ਆਸ ਨਹੀਂ ਸੀ ਰੱਖਦੇ। ਉਹਨਾਂ ਨੇ ਵੀ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦਿੰਦੇ ਹੋਏ ਜਿਹੜਾ ਆ ਉਹ ਬਣਾਏ ਹੋਏ ਕਾਨੂੰਨ ਦੀ ਪੈਰਵਾਈ ਕੀਤੀ, ਉਹਨੂੰ ਜਾਇਜ਼ ਠਹਿਰਾਇਆ। ਔਰ 2014 ਦੇ ਵਿੱਚ ਪੰਜਾਬ ਵੱਲੋਂ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ, ਉਸ ਕਾਨੂੰਨ ਦਾ ਸੁਪਰੀਮ ਕੋਰਟ ਦੇ ਵਿੱਚ ਵਿਰੋਧਤਾ ਕੀਤੀ ਗਈ। ਕੈਪਟਨ ਦੀ ਸਰਕਾਰ ਆ ਗਈ, ਕੈਪਟਨ ਨੇ ਵੀ ਭੌਂ ਕੇ ਉਹੀ ਕਾਂਗਰਸੀਆਂ ਵਾਲਾ ਜਿਹੜਾ ਆ ਰੁਖ ਅਖਤਿਆਰ ਕਰਦੇ ਹੋਏ ਹਰਿਆਣਾ ਕਮੇਟੀ ਵੱਲੋਂ, ਹਰਿਆਣਾ ਵਿਧਾਨ ਸਭਾ ਵੱਲੋਂ ਬਣਾਏ ਹੋਏ ਹਰਿਆਣਾ ਕਮੇਟੀ ਦੇ ਐਕਟ ਨੂੰ ਸਹੀ ਠਹਿਰਾਇਆ ਅਤੇ ਉੱਥੇ ਐਫੀਡੇਵਿਟ ਦਿੱਤੇ। ਔਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ, ਆ 2022 ਦੇ ਵਿੱਚ ਜਿਹੜਾ ਹੁਣ ਅਗਸਤ ਮਹੀਨਾ 1.5 ਕੁ ਮਹੀਨਾ ਪਹਿਲੋਂ ਲੰਘਿਆ ਹੈ, ਉਦੋਂ ਇਹਨੇ ਵੀ ਜਿਹੜਾ ਐਫੀਡੇਵਿਟ ਜਿਹੜਾ ਹਰਿਆਣਾ ਕਮੇਟੀ ਬਣਾਉਣ ਦੇ ਹੱਕ 'ਚ ਦਿੱਤਾ ਪੰਜਾਬ ਵੱਲੋਂ। ਹੁਣ ਤੁਸੀਂ ਦੇਖੋ, ਜਿੱਥੇ ਇੰਨੀਆਂ ਸਰਕਾਰਾਂ ਇੱਕ ਪਾਸੇ ਖੜ੍ਹ ਜਾਣਗੀਆਂ, ਐਫੀਡੇਵਿਟ ਦੇਣਗੀਆਂ, ਅਤੇ ਉਹ ਕੁਦਰਤੀ ਹੈ ਕਿ ਉਹ ਕਿਉਂ ਦੇ ਰਹੀਆਂ ਨੇ? ਇਸ ਕਰਕੇ ਦੇ ਰਹੀਆਂ ਕਿ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ। ਔਰ ਦੂਸਰੇ ਬੰਨੇ ਜਿਹੜਾ ਸਭ ਤੋਂ ਖਤਰਨਾਕ ਜਿਹੜੀ RSS ਜਿਹੜੀ ਭਾਵੇਂ ਕਿ ਬੜੇ ਲੰਬੇ ਸਮੇਂ ਤੋਂ ਲੱਗੀ ਸੀ ਅਤੇ ਕਦੀ ਜ਼ਰੂਰਤ ਨਹੀਂ ਸੀ ਹੋਈ, ਕਦੀ ਕਾਮਯਾਬ ਨਹੀਂ ਸੀ ਹੋ ਸਕੀ, ਜੋ ਪਤਾ ਲੱਗਾ ਆ ਕਿ ਜਿਹੜੇ ਜੱਜ ਸਾਹਿਬਾਨ ਨੇ ਜਿਨ੍ਹਾਂ ਨੇ ਫੈਸਲਾ ਦਿੱਤਾ ਉਹ RSS ਨਾਲ ਜੁੜੇ ਹੋਏ ਆ। ਔਰ ਇਸ ਫੈਸਲੇ ਦੇ ਪਿੱਛੇ ਜਿਹੜਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਤੇ ਬਣਾਇਆ ਹੀ ਬਣਾਇਆ, ਜਿਹੜਾ ਸੁਪਰੀਮ ਕੋਰਟ 'ਚ ਚੈਲੰਜ ਸੀ, ਜਿਹੜਾ ਤੱਥਾਂ ਦੇ ਆਧਾਰ 'ਤੇ ਝੂਠਾ ਸੀਗਾ, ਕਿਉਂਕਿ ਇੰਟਰਸਟੇਟ ਕਾਰਪੋਰੇਸ਼ਨ ਦੇ ਤਹਿਤ ਆਉਂਦਾ ਹੈ। ਕਿਸੇ ਸਟੇਟ ਨੂੰ ਹੱਕ ਨਹੀਂ ਉਹਦੇ 'ਚ ਛੇੜਛਾੜ ਕਰ ਸਕੇ, ਕੇਵਲ ਅਤੇ ਕੇਵਲ ਕੇਂਦਰ ਕਰ ਸਕਦਾ ਆ। ਉਹਦਾ ਜਿਹੜਾ ਹਰਿਆਣਾ ਕਮੇਟੀ ਦੇ ਬਣਾਏ ਹੋਏ ਐਕਟ ਨੂੰ ਜਿਹੜਾ ਹੈ ਜੱਜ ਸਾਹਿਬਾਨ ਵੱਲੋਂ ਸਹੀ ਠਹਿਰਾਇਆ ਗਿਆ, ਅਤੇ ਉਹਦੇ ਪਿੱਛੇ ਜਿਹੜੀ ਆ ਵੱਡੇ ਪੱਧਰ 'ਤੇ RSS ਦੀ ਸਾਜ਼ਿਸ਼ ਹੈ। ਇਸ ਕਰਕੇ ਜਿਹੜਾ ਆ ਅੱਜ ਜਿਹੜਾ ਰੋਸ ਮਾਰਚ ਜਿਹੜਾ ਆ ਵੱਡੇ ਪੱਧਰ 'ਤੇ ਜਿਹੜਾ ਆ ਕੀਤਾ ਗਿਆ ਹੈ, ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ, ਤਖਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਤੋਂ ਜਿਹੜਾ ਆ ਇੱਥੇ ਆਪਣੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਜਿਹੜਾ ਅੱਜ ਜਿਹੜੇ ਆ ਰੋਸ ਮਾਰਚ ਪਹੁੰਚਣਗੇ। ਔਰ ਸਾਡੇ ਵੱਲੋਂ ਜਿਹੜੀ ਇੱਥੋਂ ਸਿੱਖ ਸੰਗਤ ਹੈ ਉਹ ਵੀ ਉੱਚ ਸ਼ਮੂਲੀਅਤ ਕਰ ਰਹੀ ਹੈ। ਵੈਸੇ ਸਿੱਖ ਸੰਗਤਾਂ ਦਾ ਇੱਕ ਵੱਡਾ ਸਵਾਲ ਇਹੀ ਰਿਹਾ ਵਾ ਕਿ ਬਲਟੋਆ ਸਾਹਿਬ, ਇੱਕ ਸਵਾਲ ਇਹ ਰਿਹਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕਿਤੇ ਨਾ ਕਿਤੇ ਸਕੂਲ ਕਾਲਜ ਬਣਾਉਣ ਦੇ ਵਿੱਚ ਜਿਹੜੀ ਹੈ ਉਹ ਨਾਕਾਮਯਾਬ ਰਹੀ ਹੈ। ਇਹ ਪੰਜਾਬ ਦੇ ਸਿੱਖਾਂ ਦਾ ਵੱਡਾ ਸਵਾਲ ਹੈ, ਕਿਸ ਤਰ੍ਹਾਂ ਵੇਖਦੇ ਜੀ? ਨਹੀਂ, ਗੱਲ ਤਾਂ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਜਿਹੜਾ ਮੇਨ ਰੂਪ 'ਚ ਆ, ਜਿਸ ਗੱਲ ਵਾਸਤੇ ਹੋਂਦ ਚਾਹੀ ਸੀਗੀ, ਉਹ ਸੀਗਾ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ। ਇਹ ਸਕੂਲਾਂ ਵਾਸਤੇ ਨਹੀਂ ਬਣੀ, ਠੀਕ ਹੈ ਨਾ। ਹਾਂ, ਸਮੇਂ ਦੀ ਲੋੜ ਹੈ, ਸਕੂਲ ਵੀ ਖੋਲ੍ਹੇ ਆ, ਕਾਲਜ ਵੀ ਖੋਲ੍ਹੇ ਆ। ਮੈਡੀਕਲ ਕਾਲਜ ਜਿਹੜਾ ਆ ਦੇਸ਼ ਦੇ ਵਿੱਚੋਂ 50ਵੇਂ ਨੰਬਰ 'ਤੇ ਹੈ, ਜਿਹੜਾ ਗੁਰੂ ਨਾਨਕ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੈਰੀਟੇਬਲ ਹੌਸਪੀਟਲ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ, ਔਰ ਜਿੱਥੇ ਦੁਨੀਆ ਭਰ ਦਾ ਵਧੀਆ ਇਲਾਜ ਅਤੇ ਸਸਤਾ ਇਲਾਜ ਜਿਹੜਾ ਆ ਲੋਕਾਂ ਨੂੰ ਮੁਹੱਈਆ ਹੁੰਦਾ ਆ। ਇੰਜੀਨੀਅਰਿੰਗ ਕਾਲਜ ਹੈ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ, ਕਾਲਜ ਚੱਲਦੇ ਨੇ, ਸਕੂਲ ਚੱਲਦੇ ਨੇ। ਹੁਣ ਐਵੇਂ ਹਵਾ 'ਚ ਕਹੀ ਜਾਣਾ ਕਿ ਨਹੀਂ ਕੀਤਾ ਜੀ, ਨਹੀਂ ਕੀਤਾ, ਜਿਹਨੂੰ ਨਹੀਂ ਦਿਖਦਾ ਉਹਨੂੰ ਦਿਖਦਾ ਹੀ ਨਹੀਂ। ਹਾਂਜੀ, ਅਤੇ ਇੱਥੇ ਹੁਣ ਕਈ ਤਾਂ ਕਹਿੰਦੇ ਆ ਜੀ ਮੱਥਾ ਹੀ ਨਾ ਟੇਕੋ ਜੀ, ਅਤੇ ਨਾ ਟੇਕੋ, ਉਹਦੇ ਨਾਲ ਕੀ ਫਰਕ ਪੈ ਜਾਂਦਾ? ਵੀ ਤੁਸੀਂ ਇੰਨੇ ਜ਼ਿਆਦਾ ਸਾੜੇ 'ਚ ਵੱਜ ਗਏ ਜੇ, ਗੁਰੂ ਘਰ ਜਾਣਾ ਆ, ਗੁਰੂ ਘਰ ਦੇ ਪ੍ਰਬੰਧ ਜਿਹੜੇ ਐਡੇ ਵੱਡੇ ਪੱਧਰ 'ਤੇ ਪ੍ਰਬੰਧ ਚੱਲਦੇ ਹੈ, ਔਰ ਦੁਨੀਆ ਉਹਨਾਂ ਪ੍ਰਬੰਧਾਂ ਨੂੰ ਸਵੀਕਾਰ ਕਰਦੀ ਹੈ। ਬੜੀਆਂ ਬੜੀਆਂ ਤਾਕਤਾਂ ਸਵੀਕਾਰ ਕਰਦੀਆਂ ਨੇ, ਵਰਲਡ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ, ਜਿਹੜੀਆਂ ਵੱਡੀਆਂ ਨਾਮੀ ਲੋਕ ਨੇ, ਉਹ ਸਵੀਕਾਰ ਕਰਦੇ ਹੈ ਕਿ ਸਿੱਖਾਂ ਦਾ ਜਿਹੜਾ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਬਹੁਤ ਵਧੀਆ। ਅਤੇ ਜੇ ਹੁਣ ਕੋਈ ਕਿੰਤੂ ਪਰੰਤੂ ਕਰਦਾ ਤਾਂ ਉਹ ਤਾਂ ਰੱਬ 'ਤੇ ਵੀ ਕਰੀ ਜਾਂਦੇ ਆ। ਬਲਟੋਆ ਸਾਹਿਬ, ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ, ਇਹਦੇ ਨਾਲ ਕੋਈ ਅਸਰ ਹੋਏਗਾ ਕੀ ਲੱਗਦਾ ਹੈ? ਜੇਕਰ ਨਹੀਂ ਹੁੰਦਾ ਅਸਰ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਆ ਅਗਲੇ ਕੀ ਸਖਤ ਨੋਟਿਸ ਹੋ ਸਕਦੇ ਆ, ਸਖਤ ਹੋ ਸਕਦੀ ਹੈ ਕਾਰਵਾਈ ਇਸ 'ਤੇ? ਦੇਖੋ, ਅੱਜ ਇੱਕ ਤਰ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਵੀ ਸ਼ੁਰੂਆਤ ਕੀਤੀ ਆ। ਉਹਨਾਂ ਨੇ ਪਹਿਲਾਂ ਵੀ ਜਿਹੜੇ ਆ ਰੋਸ ਮਾਰਚ ਕੀਤੇ ਆ
ਡਿਸਟ੍ਰਿਕਟ ਹੈੱਡਕੁਆਟਰਾਂ 'ਤੇ ਅੱਜ ਵੱਡੇ ਪੱਧਰ 'ਤੇ ਸਮੁੱਚੇ ਪੰਜਾਬ 'ਚ ਜਿਹੜਾ ਹੈ ਸੜਕਾਂ ਦੇ ਉੱਤੇ ਰੋਸ ਮਾਰਚ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ, ਚੇਤਨਾ ਭਰੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ 'ਚ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਫੈਸਲਾ ਲੈਣਗੇ ਔਰ ਸਮੁੱਚੀ ਕੌਮ ਜਿਹੜੀ ਆ ਉਸ ਫੈਸਲੇ ਨਾਲ ਖੜੋਤੀ ਆ ਔਰ ਜੋ ਵੀ ਕਰਨਾ ਪਊਗਾ ਕਰਾਂਗੇ। ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਰਕਾਰ ਵੀ ਇਸ ਦਾ ਵਿਰੋਧ ਕਰੇਗੀ? ਕਾਹਦਾ ਵਿਰੋਧ ਕਰੇਗੀ? ਇਸੇ ਚੀਜ਼ ਦਾ ਕਿ ਜਿਸ ਦਾ ਤੁਸੀਂ ਰੋਸ ਕਰ ਰਹੇ ਹੋ। ਜਿਨ੍ਹਾਂ ਨੇ ਜਾ ਕੇ ਉੱਥੇ ਐਫੀਡੇਵਿਟ ਦਿੱਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ, ਜਿਨ੍ਹਾਂ ਨੇ ਤੋੜੀ ਆ ਸਿੱਖ ਸ਼ਕਤੀ ਨੂੰ ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨਾਂ ਤੋਂ ਕਾਹਦੀ ਆਸ ਰੱਖਦੇ ਆ? ਕਰਨਾ ਚਾਹੀਦਾ ਸੀਗਾ, ਫਰਜ਼ ਬਣਦਾ ਸੀਗਾ। ਪੰਜਾਬ ਦੀ ਬੋਡੀ ਮਤਲਬ ਪੰਜਾਬ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਆ, ਉਹਦੇ ਨਾਲ ਖੜਨਾ ਚਾਹੀਦਾ ਸੀਗਾ। ਤੁਸੀਂ ਜਾ ਕੇ RSS ਦੇ ਨਾਲ, ਕਾਂਗਰਸ ਦੇ ਨਾਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਖੜਦੇ ਜੇ, ਉਹਨਾਂ ਦੀਆਂ ਚਾਲਾਂ ਦੇ ਵਿੱਚ ਨਾਲ ਜਾ ਖੜਦੇ, ਜਿਹਦਾ ਮਤਲਬ ਜਿਹੜਾ ਇਹ ਕੋਈ ਦੁਰਾਵਾ ਨਹੀਂ ਕਹਾਂਗੇ ਜਿਹੜਾ ਕੇਜਰੀਵਾਲ ਉਹਦੇ ਇਸ਼ਾਰੇ 'ਤੇ ਸਭ ਕੁਝ ਚੱਲਦਾ, ਤੇ ਕੇਜਰੀਵਾਲ ਵੀ ਉਹਨਾਂ ਤਾਕਤਾਂ ਦੇ ਨਾਲ ਰਲਿਆ ਹੋਇਆ, ਉਹਨਾਂ ਦੇ ਇਸ਼ਾਰੇ 'ਤੇ ਹੋਇਆ, ਤੇ ਉਹਨਾਂ ਤੋਂ ਕਾਹਦੀ ਆਸ ਹੈ? ਹਰਿਆਣਾ 'ਚ ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਚਾਹੁੰਦੀ, ਇਹ ਵੀ ਕਹਿ ਸਕਦੇ ਆ, ਤਾਂ ਕਰਕੇ ਨਹੀਂ ਕੋਈ ਵਿਰੋਧ ਕੀਤਾ ਜੀ ਉਹਨਾਂ ਨੇ? ਨਹੀਂ, ਚਲੋ ਸਰਕਾਰ ਤੇ ਉਦੋਂ ਭੁਪਿੰਦਰ ਸਿੰਘ ਹੁੱਡਾ ਵੀ ਸਮਝਦਾ ਸੀਗਾ ਕਿ ਮੈਂ ਹਰਿਆਣਾ ਕਮੇਟੀ ਬਣਾ ਦੇਣ ਲੱਗਾਂਗੇ, ਭਾਵੇਂ ਮੇਰੀ ਸਰਕਾਰ ਸ਼ਾਇਦ ਬਣ ਜੂਗੀ, ਤੇ ਉਹ ਮੂੰਹ 'ਤੇ ਮੂੰਹ ਡਿੱਗਾ ਸੀਗਾ। ਇਹ ਜਿਹੀਆਂ ਗੱਲਾਂ ਜਿਹੜੀਆਂ ਨੇ, ਕੀ ਬਣਦਾ ਕੱਲ੍ਹ ਨੂੰ ਕੀ ਨਹੀਂ ਬਣਦਾ, ਪਰ ਗੱਲ ਸੱਚਾਈ ਦੀ ਹੈ, ਸੱਚਾਈ 'ਤੇ ਖੜਨਾ ਚਾਹੀਦਾ। ਸਾਡੀ ਉਹਨੂੰ ਚੋਣਾਂ ਕੋਈ ਲੜੀ ਜਾਵੇ, ਪ੍ਰਬੰਧ ਕਿਸੇ ਕੋਲੇ ਆ ਜਾਏ, ਚੁਣ ਕੇ ਆ ਜਾਏ, ਜਿਹੜੀ ਮਰਜ਼ੀ ਬਾਡੀ ਆ ਜਾਏ, ਜਿਹੜੇ ਮਰਜ਼ੀ ਅੱਗੇ ਆ ਜਾਣ, ਪਰ ਘੱਟੋ ਘੱਟ ਚੁਣ ਕੇ ਆਉਣਗੇ ਨਾ ਜੀ, ਸਿੱਖਾਂ ਵੱਲੋਂ ਚੁਣ ਕੇ ਆਉਣਗੇ ਨਾ। ਤੇ ਜਿਸ ਤਰ੍ਹਾਂ ਦਾ ਇਹਨੂੰ ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਕੱਲ੍ਹ ਨੂੰ ਤਾਂ ਫਿਰ ਜਿਹੜੀ ਰਹਿੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕੱਲ੍ਹ ਨੂੰ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਜੋ ਮਰਜ਼ੀ ਐਕਟ ਬਣਾ ਕੇ ਮਾਝੇ ਦੀ ਹੈ ਜੀ, ਮਾਲਵੇ ਦੀ ਹੈ, ਦੁਆਬੇ ਦੀ ਹੈ, ਜਾਂ ਇੱਧਰਲੇ ਗੁਰਦੁਆਰੇ ਆਹ ਸੰਭਾਲਣਗੇ ਕਰਕੇ ਤੇ ਖੇਰੂ ਕਰ ਦੇਣਗੇ। ਹੁਣ ਦੇਸ਼ ਦੇ ਵਿੱਚ ਮੁਸਲਮਾਨ ਜਿਹੜਾ ਆ ਮੇਰਾ ਖਿਆਲ 30-35 ਕਰੋੜ ਹੈ, ਹਾਂਜੀ, ਏਡੀ ਵੱਡੀ ਆਬਾਦੀ ਹੈ। ਉਹ ਵਿਚਾਰੇ ਦੇਸ਼ ਦੇ ਵਿੱਚ ਬੋਲਣ ਜੋਗੇ ਨਹੀਂ ਰਹਿ ਗਏ, ਕਿਉਂਕਿ ਉਹਨਾਂ ਕੋਲ ਕੋਈ ਧੁਰਾ ਨਹੀਂ, ਉਹਨਾਂ ਕੋਲ ਕੋਈ ਲੀਡਰਸ਼ਿਪ ਨਹੀਂ। ਅੱਜ ਉਹ ਕਮਜ਼ੋਰੀ ਹੈ। ਸਾਡੀ ਕੌਮ ਵੀ ਉਸ ਪਾਸੇ ਨੂੰ ਤੁਰੀ ਹੈ, ਕਿ ਆਪਦੇ ਧੁਰੇ ਹੀ ਆਪ ਹੀ ਕਮਜ਼ੋਰ ਕਰ ਲਓ, ਛਿੱਤਰ ਖਾਣ ਵਾਸਤੇ ਪ੍ਰਬੰਧ ਕਰ ਲਓ। ਉਹ ਚਲੋ ਪੈਂਦੇ ਆ, ਨਹੀਂ ਪੈਂਦੇ ਉਹ ਗਾਂਹ ਦੀ ਗੱਲ ਹੈ, ਪਰ ਜਿਹੜਾ ਆ ਧੁਰਾ ਹੁੰਦਾ ਆ ਸਿੱਖਾਂ ਦੀ ਸ਼ਕਤੀ ਜਿਹਦੇ ਦੁਆਲੇ ਇਕੱਠੀ ਹੁੰਦੀ ਰਹੀ ਹੈ, ਜਿੱਥੋਂ એનર્ਜੀ ਮਿਲਦੀ ਰਹੀ ਹੈ। ਸਾਡੀ ਸਾਰਿਆਂ ਨੂੰ ਬੇਨਤੀ ਹੈ, ਉਹਦੇ ਨਾਲ ਜੁੜ ਕੇ ਰਹੋ, ਉਹਨੂੰ ਮਜ਼ਬੂਤ ਕਰੋ। ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰ। ਸੋ ਇਹ ਸਨ ਸਰਦਾਰ ਵਿਰਸਾ ਸਿੰਘ ਜੀ ਵਲਟੋਆ ਸਾਹਿਬ, ਜਿਨ੍ਹਾਂ ਨੇ ਵੱਖਰੀ ਪ੍ਰਬੰਧਕ ਕਮੇਟੀ ਤੇ ਜਿਹੜੇ ਆ ਹਰਿਆਣਾ ਦੇ, ਉਹਨਾਂ ਦੇ ਖਿਲਾਫ ਰੋਸ ਕੀਤਾ। ਤੇ ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਤੁਹਾਡੇ ਤੱਕ ਪਹੁੰਚਾਵਾਂਗੇ। ਕੈਮਰਾਮੈਨ ਸ਼ੀਸ਼ ਦੇ ਨਾਲ ਮੈਂ ਦਲਜੀਤ ਸਿੰਘ, ਰੋਜ਼ਾਨਾ ਪ੍ਰਾਈਮ ਨਿਊਜ਼ ਤਰਨਤਾਰਨ। ਦੋਸਤੋ, ਰੋਜ਼ਾਨਾ ਪ੍ਰਾਈਮ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਰੋਸ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ। ਹਰਿਆਣਾ ਦੀ ਸਰਕਾਰ ਵੱਲੋਂ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਵੱਖਰਾ ਕਰਨ ਦੇ ਵਿੱਚ ਜਿਹੜਾ ਇਹ ਰੋਸ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਵਿਰਸਾ ਸਿੰਘ ਵਲਟੋਆ ਖੇਮਕਰਨ ਹਲਕੇ ਦੀ ਅਗਵਾਈ ਦੇ ਹੇਠ ਹਾਈਵੇ ਦੇ ਉੱਪਰ ਪਹੁੰਚੇ ਸੀਗੇ। ਸਾਡੇ ਨਾਲ ਮੌਜੂਦ ਨੇ ਸਰਦਾਰ ਗੌਰਵਜੀਤ ਸਿੰਘ ਵਲਟੋਆ, ਵਿਰਸਾ ਸਿੰਘ ਵਲਟੋਆ, ਉਹਨਾਂ ਦੇ ਸਪੁੱਤਰ। ਗੱਲਬਾਤ ਕਰਕੇ ਜਾਣਦੇ ਹਾਂ। ਵਲਟੋਆ ਸਾਹਿਬ, ਸਵਾਗਤ ਹੈ। ਤੇ ਕੀ ਹੈ ਪੂਰਾ ਮਾਮਲਾ ਜਿਸ ਨੂੰ ਲੈ ਕੇ ਇਹ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ? ਦੇਖੋ ਦਲਜੀਤ ਵੀਰ, ਸਾਡੀ ਸਭ ਤੋਂ ਗੌਰਵਮਈ ਜਿਹੜੀ ਸੰਸਥਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਔਰ SGPC ਨੇ ਹਮੇਸ਼ਾ ਹੀ ਆਪਣਾ, ਚਾਹੇ ਗੁਰਦੁਆਰਾ ਸਾਹਿਬ ਦੀ ਐਡਮਿਨਿਸਟ੍ਰੇਸ਼ਨ ਹੋ ਗਿਆ, ਰੇਖ ਦੇਖ ਹੋ ਗਿਆ, ਉਸ ਦਾ ਜਿੰਨਾ ਵੀ ਕੰਮਕਾਜ ਆ ਸਾਰਾ ਸ਼੍ਰੋਮਣੀ ਕਮੇਟੀ ਕੋਲ ਆ। ਔਰ ਜਦੋਂ 1920 ਦੇ ਵਿੱਚ ਹੋਂਦ 'ਚ ਆਈ ਆ SGPC, ਸਾਡੇ ਵੱਡ ਵਡੇਰਿਆਂ ਨੇ ਬੜਾ ਸੰਘਰਸ਼ ਕੀਤਾ, ਕੁਰਬਾਨੀਆਂ ਤੱਕ ਹੋਈਆਂ, ਕਈ ਮੋਰਚੇ ਲੱਗੇ ਆ, ਹਰ ਜਗ੍ਹਾ ਦੇ ਵਿੱਚ ਕੰਟਰੀਬਿਊਸ਼ਨ SGPC ਨੇ ਪਾਈ ਆ। ਔਰ ਇਸ ਦੇ ਨਾਲ ਤੁਸੀਂ ਦੇਖੋ ਹਰ ਮੌਕੇ 'ਤੇ ਵੱਧ ਚੜ੍ਹ ਕੇ, ਚਾਹੇ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲਈਏ, 1947 ਦੇ ਵਿੱਚ ਜੇ ਦੇਸ਼ ਆਜ਼ਾਦ ਹੋਇਆ ਤੇ ਸਭ ਤੋਂ ਵੱਧ ਕੰਟਰੀਬਿਊਸ਼ਨ ਸਿੱਖਾਂ ਦੀ ਆ, ਔਰ ਸਿੱਖਾਂ ਨੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ। SGPC ਨੂੰ ਔਰ ਜਿਹੜਾ ਸਾਡਾ ਧਰਮ ਆ, ਸਾਡੀ ਕੌਮ ਦੀ ਗੱਲ ਕਰ ਲਈਏ, ਇਸ ਨੂੰ ਕਮਜ਼ੋਰ ਕਰਨ ਦੇ ਲਈ ਹਮੇਸ਼ਾ ਵੱਖ-ਵੱਖ ਸਾਡੇ ਕੌਮ ਦੇ ਵਿਰੋਧੀਆਂ ਵੱਲੋਂ ਹਮੇਸ਼ਾ ਕੋਸ਼ਿਸ਼ਾਂ ਰਹੀਆਂ ਨੇ। ਚਾਹੇ ਜਦੋਂ ਦੇਸ਼ ਆਜ਼ਾਦ ਹੋਇਆ, ਜਵਾਹਰ ਲਾਲ ਨਹਿਰੂ ਦੀ ਗੱਲ ਕਰ ਲਈਏ, ਇੰਦਰਾ ਗਾਂਧੀ ਦੀ ਗੱਲ ਕਰ ਲਈਏ, ਪਹਿਲੇ ਦਿਨ ਤੋਂ ਹੀ ਇਹਨਾਂ ਦੀ ਕੋਸ਼ਿਸ਼ ਰਹੀ ਹੈ ਕਿ SGPC ਨੂੰ ਕਮਜ਼ੋਰ ਕੀਤਾ ਜਾਵੇ। ਔਰ ਚਲਦੇ ਵੱਖ-ਵੱਖ ਇਹਨਾਂ ਨੇ, ਜਦੋਂ ਵੀ ਇਹਨਾਂ ਨੇ ਕੋਈ ਨਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਆ, ਆਪਣੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ SGPC ਨੂੰ, ਸਿੱਖ ਸੰਗਤ ਨੇ ਹਮੇਸ਼ਾ ਹੀ ਡਟ ਕੇ ਇਹਨਾਂ ਦਾ ਵਿਰੋਧ ਕੀਤਾ ਔਰ SGPC ਦਾ ਸਾਥ ਦਿੱਤਾ ਹੈ। ਪਰ ਬੜੇ ਦੁੱਖ ਦੀ ਗੱਲ ਆ ਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਕੀ ਹੋਇਆ ਵਾ
ਐਸਜੀਪੀਸੀ ਨੂੰ ਕਮਜ਼ੋਰ ਕਰਨ ਦੇ ਲਈ ਆ ਪਿਛਲੀ ਜਦੋਂ ਹੁੱਡਾ ਸਰਕਾਰ ਬਣੀ ਸੀ, ਕਾਂਗਰਸ ਦੀ ਸਰਕਾਰ ਬਣੀ ਸੀ ਹਰਿਆਣਾ ਦੇ ਵਿੱਚ, ਇਹਨਾਂ ਨੇ ਇੱਕ ਐਕਟ ਪਾਸ ਕੀਤਾ ਸੀ। ਔਰ ਉਸ ਐਕਟ ਦੇ ਵਿੱਚ ਕੀ ਸੀ ਕਿ ਜਿੰਨੇ ਗੁਰਦੁਆਰੇ ਐਸਜੀਪੀਸੀ ਦੇ ਅਧੀਨ ਹਰਿਆਣਾ ਦੇ ਵਿੱਚ ਸੀਗੇ, ਉਹਨਾਂ ਦੇ ਲਈ ਇੱਕ ਸੈਪਰੇਟ ਕਮੇਟੀ ਬਣਾ ਕੇ ਇੱਕ ਹਰਿਆਣਾ ਕਮੇਟੀ ਦਾ ਵੱਖਰਾ ਐਕਟ ਪਾਸ ਕਰਕੇ ਸਾਰਿਆਂ ਨੂੰ ਇੱਕ ਸੈਪਰੇਟ ਹਰਿਆਣਾ ਕਮੇਟੀ ਬਣਾ ਦਿੱਤੀ। ਔਰ 2014 ਦੇ ਵਿੱਚ ਮਨੋਹਰ ਲਾਲ ਖੱਟੜ ਜੀ ਸੀਐਮ ਬਣਦੇ ਨੇ। ਬੜੀਆਂ ਆਸਾਂ ਉਮੀਦਾਂ ਸੀ ਕਿ ਜੇ ਹੁੱਡਾ ਜੀ ਨੇ ਇਹ ਐਕਟ ਬਣਾਇਆ ਵਾ, ਮਨੋਹਰ ਲਾਲ ਖੱਟੜ ਜੀ ਸਿੱਖ ਪੰਥ ਦੀ ਘੱਟੋ ਘੱਟ ਗੱਲ ਕਰਨਗੇ, ਐਸਜੀਪੀਸੀ ਦੇ ਹੱਕ ਦੇ ਵਿੱਚ ਗੱਲ ਕਰਨਗੇ। ਬੜੇ ਦੁੱਖ ਦੀ ਗੱਲ ਵਾ, ਮਨੋਹਰ ਲਾਲ ਖੱਟੜ ਜੀ ਨੇ ਉਸੇ ਗੱਲ ਤੇ ਚੱਲਦਿਆਂ ਹੋਇਆਂ, ਉਹਨਾਂ ਗੱਲਾਂ 'ਤੇ ਚੱਲਦੇ ਹੋਏ ਦੁਬਾਰਾ ਜਿਹੜਾ ਵਾ ਉਹ ਐਸਜੀਪੀਸੀ ਨੂੰ ਨੁਕਸਾਨ ਪਹੁੰਚਾਉਣ ਦੇ ਵਿੱਚ ਜਿੱਦਾਂ ਹੁੱਡਾ ਸਾਹਿਬ ਕਰਕੇ ਗਏ ਆ, ਉਸੇ ਚੀਜ਼ ਨੂੰ ਕੰਟੀਨਿਊ ਕੀਤਾ। ਹੁਣ ਮੌਜੂਦਾ ਸਮੇਂ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਸੀਐਮ ਬਣੇ ਔਰ ਜਾਂ ਭਗਵੰਤ ਮਾਨ ਹੁਣ ਬਣੇ ਆ, ਹਰ ਮੌਕੇ 'ਤੇ ਜਦੋਂ ਸੁਪਰੀਮ ਕੋਰਟ ਤੱਕ ਜਦੋਂ ਗੱਲ ਪਹੁੰਚ ਗਈ ਕਿ ਹਰਿਆਣਾ ਕਮੇਟੀ ਵੱਖਰੀ ਬਣਾਈ ਜਾਵੇ, ਚਾਹੇ ਐਫੀਡੇਵਿਟ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੋ ਗਿਆ, ਚਾਹੇ ਭਗਵੰਤ ਮਾਨ ਵੱਲੋਂ ਹੋ ਗਿਆ, ਇਹਨਾਂ ਨੇ ਆਪਣੇ ਐਫੀਡੇਵਿਟਸ ਦੇ ਵਿੱਚ ਜਿਹੜੀ ਗਵਾਹੀ ਆ ਉਹ ਐਸਜੀਪੀਸੀ ਦੇ ਅਗੇਂਸਟ, ਸਾਡੀ ਸਿੱਖ ਪੰਥ ਦੀ ਗੌਰਵਮਈ ਜਿਹੜੀ ਸੰਸਥਾ ਉਹਦੇ ਅਗੇਂਸਟ ਦਿੱਤੀ। ਔਰ ਇਸ ਗੱਲ ਦੇ ਵਿੱਚ ਉਹਨਾਂ ਨੇ ਹਾਮੀ ਭਰੀ ਕਿ ਹਰਿਆਣਾ ਦੀ ਸੈਪਰੇਟ ਕਮੇਟੀ ਬਣਾਉਣੀ ਚਾਹੀਦੀ ਆ। ਸੋ ਇਸ ਚੀਜ਼ ਦੇ ਵਿਰੋਧ ਦੇ ਵਿੱਚ ਅੱਜ ਜੇ ਫੈਸਲਾ ਵੀ ਦਿੱਤਾ ਵਾ ਸੁਪਰੀਮ ਕੋਰਟ ਨੇ, ਦੇਖੋ ਸਭ ਤੋਂ ਸਰਵ ਉੱਚ ਅਦਾਲਤ ਹੀ ਸੁਪਰੀਮ ਕੋਰਟ ਆ। ਔਰ ਅੱਜ ਵੀ ਵੇਖ ਲਓ ਫੈਸਲਾ ਕੀ ਆਇਆ ਵਾ, ਅਸੀਂ ਕਿੱਥੋਂ ਇਨਸਾਫ ਭਾਲ ਸਕਦੇ ਹਾਂ, ਅਸੀਂ ਕਿੱਥੋਂ ਇਨਸਾਫ ਦੀ ਆਸ ਰੱਖ ਸਕਦੇ ਹਾਂ ਜੇ ਸਾਡੀ ਸਰਵ ਉੱਚ ਅਦਾਲਤ ਵਾ ਉੱਥੋਂ ਇਨਸਾਫ ਨਹੀਂ ਮਿਲਣਾ। ਆਰਐਸਐਸ ਦੀ ਆਈਡੀਓਲੋਜੀ ਆ ਉਹ ਪ੍ਰੋਪੋਗੇਟ ਕੀਤੀ ਜਾਂਦੀ ਆ। ਆਰਐਸਐਸ ਦੇ ਹਮੇਸ਼ਾ ਮਨਸੂਬੇ ਰਹੇ ਆ ਕਿ ਸਿੱਖ ਕੌਮ ਨੂੰ ਹਮੇਸ਼ਾ ਕਮਜ਼ੋਰ ਕੀਤਾ ਜਾਵੇ, ਅਤੇ ਅਖੀਰਕਾਰ ਜਦੋਂ ਸਾਡੇ ਆਪਣੇ ਇਹਨਾਂ ਗੱਲਾਂ 'ਤੇ ਹਾਮੀ ਭਰਨ ਲੱਗ ਪੈਂਦੇ ਆ ਅਤੇ ਫਿਰ ਉਸ ਤੋਂ ਦੁੱਖ ਦਾ ਹੀ ਕੁਝ ਨਹੀਂ ਹੋ ਸਕਦਾ। ਅੱਜ ਉਸ ਦੇ ਵਿਰੋਧ ਦੇ ਵਿੱਚ ਸਾਡੇ ਆਪਣਿਆਂ ਵੱਲੋਂ ਕੀਤੀ ਹੋਈ ਗਦਾਰੀ, ਚਾਹੇ ਉਹ ਜਿਹੜੇ ਮੌਜੂਦਾ ਸੀਐਮ, ਮੌਜੂਦਾ ਸਰਕਾਰ ਹੋ ਗਈ, ਜਿਹੜੇ ਪੁਰਾਣੇ ਸੀਐਮ ਹੋ ਗਏ ਕੈਪਟਨ ਅਮਰਿੰਦਰ ਸਿੰਘ, ਔਰ ਜਿਹੜੇ ਹੋਰ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਵਾ ਹਰਿਆਣਾ ਕਮੇਟੀ ਦੀ ਫਾਰਮੇਸ਼ਨ ਦੇ ਵਿੱਚ, ਉਸ ਚੀਜ਼ ਦੇ ਵਿਰੋਧ ਦੇ ਵਿੱਚ ਔਰ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਅੱਜ ਆਪਾਂ ਇਕੱਤਰ ਹੋਏ ਹਾਂ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਅੱਜ ਰੋਸ ਮਾਰਚ ਕੱਢਿਆ ਵਾ ਔਰ 2 ਤਖ਼ਤਾਂ ਤੋਂ 1 ਤਖ਼ਤ ਤੋਂ ਚੱਲ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਉਹਨਾਂ ਨੇ ਇਸ ਰੋਸ ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ। ਐਸਜੀਪੀਸੀ ਵੱਲੋਂ ਵੀ ਰੋਸ ਮਾਰਚ ਵਾ। ਔਰ ਚਾਹੇ ਕੋਈ ਵੀ ਵਿਅਕਤੀ ਆ, ਇੱਕ ਦਲਜੀਤ ਗਿੱਲ ਮੈਂ ਗੱਲ ਕਰਨਾ ਚਾਹੁੰਦਾ, ਦਲਜੀਤ ਵੀਰ, ਕਿ ਚਾਹੇ ਕੋਈ ਕਾਂਗਰਸੀ ਵੀ ਆ ਨਾ, ਚਾਹੇ ਕੋਈ ਦੂਜੀ ਪਾਰਟੀ ਦਾ ਵੀ ਆ, ਹਰੇਕ ਬੰਦੇ ਦੇ ਮਨ 'ਤੇ ਇਸ ਚੀਜ਼ ਦਾ ਬੋਝ ਵਾ ਕਿ ਐਸਜੀਪੀਸੀ ਨੂੰ ਇੰਨਾ ਜ਼ਿਆਦਾ ਕਮਜ਼ੋਰ ਕੀਤਾ ਗਿਆ ਵਾ। ਪਰ ਨਾਲ ਦੀ ਨਾਲ ਇਸ ਗੱਲ ਦਾ ਦੁੱਖ ਵਾ ਕਿ ਅੱਜ ਸਮਾਂ ਵੇਖੋ ਕਿਹੋ ਜਿਹਾ ਆ ਗਿਆ ਕਿ ਕਹਿੰਦੇ ਨਾ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਨਾ ਕਦੇ ਮਾਰੇ। ਅਤੇ ਅੱਜ ਅਸੀਂ ਆਪਣੀ ਪੋਲੀਟੀਕਲ ਈਗੋ ਕਰਕੇ, ਇਹਨਾਂ ਗੱਲਾਂ ਕਰਕੇ ਆਪਣੀ ਐਸਜੀਪੀਸੀ ਨੂੰ ਕਿਉਂ ਕਮਜ਼ੋਰ ਕਰ ਰਹੇ। ਔਰ ਇਸ ਚੀਜ਼ ਦੇ ਵਿਰੋਧ ਵਿੱਚ ਅੱਜ ਆਪਾਂ ਇਕੱਤਰ ਹੋਏ ਹਾਂ। ਅੱਜ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਕਿੰਨੀ ਰੋਸ ਮਾਰਚ ਦਾ ਵਲਟੋਆ ਸਾਹਿਬ ਲੱਗਦਾ ਕੋਈ ਅਸਰ ਹੋਵੇਗਾ? ਇਹ ਡੈਫੀਨੇਟਲੀ ਦੇਖੋ ਆਪਣਾ ਫਰਜ਼ ਵਾ, ਇਸ ਚੀਜ਼ ਦਾ ਪ੍ਰਭਾਵ ਪਊਗਾ। ਔਰ ਜੇ ਹਰੇਕ ਦੇ ਮਨ 'ਤੇ ਇਸ ਚੀਜ਼ ਦਾ ਬੋਝ ਵਾ, ਹਰੇਕ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਵਾ, ਅਤੇ ਲੋਕਾਂ ਦਾ ਜਿਹੜਾ ਗੁੱਸਾ ਸਾਹਮਣੇ ਆ ਰਿਹਾ ਵਾ। ਔਰ ਮੇਰੀ ਹੱਥ ਬੰਨ੍ਹ ਕੇ ਬੇਨਤੀ, ਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਨਾ ਕਿਤੇ ਸੋਚਿਆ ਜੇ ਕਿ ਵੀ ਆ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਇੱਕ ਪਾਰਟੀ ਕੱਢ ਰਹੀ ਜਾਂ ਐਸਜੀਪੀਸੀ ਕੱਢਦੀ ਪਈ ਆ। ਹੱਥ ਬੰਨ੍ਹ ਕੇ ਬੇਨਤੀ ਆ, ਚਾਹੇ ਤੁਸੀਂ ਕਿਸੇ ਵੀ ਪੋਲੀਟੀਕਲ ਵਿਚਾਰਧਾਰਾ ਵਾਲੇ ਜੀ, ਨਿਮਰਤਾ ਸਹਿਤ ਬੇਨਤੀ ਜੇ ਕਿ ਕਿਰਪਾ ਕਰਕੇ ਇਸ ਚੀਜ਼ ਦਾ ਵਿਰੋਧ ਕਰੋ। ਲੋਕੀ ਤਮਾਸ਼ਾ ਦੇਖਦੇ ਆ, ਅਤੇ ਇੱਥੇ ਜਦੋਂ ਸਾਡੇ ਆਪਣੇ ਹੀ ਆ ਕੇ ਸਿਰਫ ਆਪਣੇ ਪੋਲੀਟੀਕਲ ਈਗੋ ਨੂੰ ਸੈਟਿਸਫਾਈ ਕਰਨ ਦੇ ਲਈ ਜਦੋਂ ਆਪਣੇ ਬੰਦੇ ਹੀ ਆਪਣੀ ਸੰਸਥਾ 'ਤੇ ਕਮਜ਼ੋਰ ਕਰਨ ਦੇ ਵਿੱਚ ਕੰਟਰੀਬਿਊਟ ਕਰਦੇ ਆ, ਅਤੇ ਉਸ ਤੋਂ ਦੁੱਖ ਦਾ ਹੀ ਕੁਛ ਨਹੀਂ। ਹੱਥ ਬੰਨ੍ਹ ਕੇ ਬੇਨਤੀ ਹੈ ਕਿ ਏਕਾ ਕਰਨ ਦੀ ਲੋੜ ਆ, ਇਸ ਚੀਜ਼ ਦੇ ਖਿਲਾਫ ਐਜੀਟੇਸ਼ਨ ਕਰਨ ਦੀ ਲੋੜ ਆ। ਹੱਥ ਬੰਨ੍ਹ ਕੇ ਬੇਨਤੀ ਆ ਕਿ ਆਓ ਰਲ ਮਿਲ ਕੇ ਇਸ ਚੀਜ਼ ਦਾ ਵਿਰੋਧ ਕਰੀਏ ਔਰ ਐਸਜੀਪੀਸੀ ਦੀ ਜਿਹੜੀ ਸ਼ਾਨ ਵਾ ਉਸ ਨੂੰ ਬਰਕਰਾਰ ਰੱਖੀਏ। ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਵਲਟੋਆ। ਧੰਨਵਾਦ ਜੀ। ਸੋ ਇਹ ਸਨ ਗੌਰਵਜੀਤ ਸਿੰਘ ਜੀ ਵਲਟੋਆ ਸਾਹਿਬ। ਇੱਧਰ ਤੁਸੀਂ ਤਸਵੀਰਾਂ ਵੇਖ ਸਕਦੇ ਜੇ ਪਰਮਬੰਸ ਬੰਟੀ ਰਮਾਣਾ ਫਰੀਦਕੋਟ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਰਹੇ ਨੇ, ਉਹ ਵੀ ਇੱਥੇ ਆਪਣਾ ਜਥਾ ਲੈ ਕੇ ਮੌਜੂਦ ਰਹੇ ਸੀ। ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਪਰਮਬੰਸ ਬੰਟੀ ਰਮਾਣਾ ਜੀ ਇੱਥੇ ਜਿਹੜੇ ਨੇ ਉਹ ਸ਼ਾਮਲ ਹੋਏ ਇਹਨਾਂ ਤਸਵੀਰਾਂ ਦੇ ਵਿੱਚ, ਤੁਸੀਂ ਜਿਹੜਾ ਹੈ ਉਹ ਵੇਖ ਸਕਦੇ। ਆਪਾਂ ਉਹਨਾਂ ਨਾਲ ਗੱਲਬਾਤ ਵੀ ਜਿਹੜੀ ਹੈ ਉਹ ਜ਼ਰੂਰ ਕਰਾਂਗੇ, ਜਿਨ੍ਹਾਂ ਦਾ ਇੱਕ ਵੱਡਾ ਕਾਫਲਾ ਇਸੇ ਐਸਜੀਪੀਸੀ ਦੇ ਹੱਕ ਦੇ ਵਿੱਚ ਅਤੇ ਉਸ ਫੈਸਲੇ ਦੇ ਵਿਰੋਧ ਦੇ ਵਿੱਚ ਇੱਥੇ ਪਹੁੰਚਿਆ। ਰਮਾਣਾ ਸਾਹਿਬ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਅੱਜ ਰੋਸ ਮਾਰਚ ਕੱਢਿਆ ਗਿਆ, ਕੀ ਲੱਗਦਾ ਇਸ ਦਾ ਕੋਈ ਅਸਰ ਵੇਖਣ ਨੂੰ ਮਿਲੇਗਾ? ਰਮਾਣਾ ਸਾਹਿਬ, ਅਸਰ ਜ਼ਰੂਰ ਵੇਖਣ ਨੂੰ ਮਿਲੂਗਾ ਜੀ। ਜਿਸ ਤਰ੍ਹਾਂ ਨਾਲ ਸਿੱਖ ਪੰਥ, ਸਿੱਖ ਕੌਮ ਅਤੇ ਪੰਜਾਬ ਦੇ ਲੋਕ ਉੱਠੇ ਹੈ ਇਸ ਫੈਸਲੇ ਦੇ ਖਿਲਾਫ, ਹਰੇਕ ਨੂੰ, ਕੇਂਦਰ ਨੂੰ, ਸੂਬੇ ਦੀਆਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਪਊਗਾ
ਕਿਉਂਕਿ ਇੱਕ ਗੱਲ ਬੜੀ ਕਲੀਅਰ ਹੈ, ਸਾਡੇ ਧਰਮ ਨਾਲੋਂ ਵੱਡੀ ਕੋਈ ਅਦਾਲਤ ਨਹੀਂ, ਤੇ ਧਰਮ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਰਮਾਣਾ ਸਾਹਿਬ, ਕੀ ਲੱਗਦਾ ਕਿ ਇਹ ਇੱਕ ਪਾਰਟੀ ਦਾ ਰੋਸ ਮਾਰਚ ਕਹਿ ਸਕਦੇ ਆ ਜਾਂ ਸਾਂਝਾ, ਇਸ 'ਚ ਸਾਰੀਆਂ ਹੀ ਪਾਰਟੀਆਂ ਨੂੰ ਅੱਗੇ ਆਉਣ ਦੀ ਲੋੜ ਹੈ ਇਸ ਫੈਸਲੇ ਨੂੰ ਲੈ ਕੇ? ਸਿੱਖ ਕੌਮ ਨੂੰ ਅੱਗੇ ਆਉਣ ਦੀ ਲੋੜ ਹੈ ਜੀ, ਪਰ ਜਿਸ ਤਰ੍ਹਾਂ ਨਾਲ ਅੱਜ ਇਹ ਮਾਰਚ ਦੇ ਵਿੱਚ ਸ਼ਮੂਲੀਅਤ ਹੋਈ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਜਿਹੜੇ ਦੋਨੋਂ ਤਖਤਾਂ ਤੋਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਦਮਦਮਾ ਸਾਹਿਬ ਤੋਂ ਇਹ ਮਾਰਚ ਚੱਲ ਕੇ ਅਕਾਲ ਤਖਤ ਸਾਹਿਬ ਪਹੁੰਚ ਰਹੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬੜੀ ਵੱਡੀ ਗਿਣਤੀ 'ਚ ਇਹਦੇ 'ਚ ਸ਼ਾਮਲ ਹੋਇਆ, ਕਿਉਂਕਿ ਪ੍ਰਧਾਨ ਸਾਹਿਬ ਨੇ ਸਭ ਨੂੰ ਕਾਲ ਦਿੱਤੀ ਸੀ ਕਿ ਇਹ ਧਰਮ ਦਾ ਮਸਲਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨਾ ਮਤਲਬ ਧਰਮ ਨੂੰ ਕਮਜ਼ੋਰ ਕਰਨਾ ਹੈ। ਸੋ ਸਾਰੇ ਸੰਗਤ ਬੜੀ ਵੱਡੀ ਗਿਣਤੀ 'ਚ ਅੱਜ ਇਸ ਮਾਰਚ 'ਚ ਸ਼ਾਮਲ ਹੋ ਕੇ ਅਕਾਲ ਤਖਤ ਸਾਹਿਬ ਪਹੁੰਚ ਰਹੀ ਹੈ। ਰਮਾਣਾ ਸਾਹਿਬ, ਨਵੀਂ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹਮਾਇਤ ਕੀਤੀ ਗਈ ਹੈ ਫੈਸਲੇ ਦੀ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੀ? ਸਭ ਰਲੇ ਹੈ ਜੀ, ਚੋਰ ਕੁੱਤੀ ਰਲੇ ਹੈ। ਕਾਂਗਰਸ ਨੇ ਇਹਦੇ ਹਮਾਇਤ ਦੇ ਵਿੱਚ ਐਫੀਡੇਵਿਟ ਦਿੱਤਾ ਸੁਪਰੀਮ ਕੋਰਟ, ਆਮ ਆਦਮੀ ਪਾਰਟੀ ਨੇ ਇਹਦੇ ਹਮਾਇਤ ਸੁਪਰੀਮ ਕੋਰਟ 'ਚ ਐਫੀਡੇਵਿਟ ਦਿੱਤਾ ਹੈ, ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹਰਿਆਣੇ 'ਚ ਹੈ ਉਹਨੇ ਇਹਦੇ ਹਮਾਇਤ 'ਚ ਐਫੀਡੇਵਿਟ ਦਿੱਤੇ ਹੈ। ਸੋ ਇਹ ਪੰਥ ਤੇ ਕੌਮ ਤੇ ਸਿੱਖੀ ਤੇ ਬੜਾ ਵੱਡਾ ਹਮਲਾ ਹੈ, ਸਭ ਨੂੰ ਤਕੜਿਆਂ ਹੋ ਕੇ ਇਹਦਾ ਟਾਕਰਾ ਕਰਨਾ ਪਊ। ਜੇਕਰ ਕੋਈ ਰਿਜ਼ਲਟ ਨਹੀਂ ਮਿਲਦਾ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸਾਂਝੇ ਮੋਰਚੇ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਸਮੇਂ 'ਚ ਕਿੰਨੇ ਕੁ ਸਖਤ ਫੈਸਲੇ ਲਏ ਜਾ? ਜੇਕਰ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਜਦੋਂ ਸਿੱਖ ਕੌਮ ਉੱਠ ਖੜੀ ਹੋਵੇ ਉਦੋਂ ਸਾਹਮਣੇ ਕੋਈ ਨਹੀਂ ਟਿਕ ਸਕਦਾ। ਜਿਸ ਹੱਦ ਤੱਕ ਲੜਾਈ ਲੜਨ ਦੀ ਲੋੜ ਪਈ ਲੜਾਈ ਲੜਾਂਗੇ, ਜੋ ਕੁਰਬਾਨੀ ਦੇਣੀ ਪਈ ਕੁਰਬਾਨੀ ਦੇਵਾਂਗੇ, ਪਰ ਇਹ ਫੈਸਲੇ ਨੂੰ ਕਦੇ ਲਾਗੂ ਨਹੀਂ ਹੋਣ ਦੇਵਾਂਗੇ। ਇਹ ਜੱਥਾ ਹੁਣ ਇੱਥੋਂ ਹੁੰਦਾ ਆ ਕਿੱਥੋਂ ਤੱਕ ਹੋਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਕਮਸਤਕ ਹੋ ਕੇ ਉੱਥੇ ਅਰਦਾਸ ਕਰਨੀ ਹੈ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਰਮਾਣਾ ਸਾਹਿਬ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ। ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਕੈਮਰਾਮੈਨ ਅਸ਼ੀਸ਼ ਦੇ ਨਾਲ ਮੈਂ ਦਲਜੀਤ ਸਿੰਘ, ਰੋਜ਼ਾਨਾ ਪ੍ਰਾਈਮ ਨਿਊਜ਼ ਤਰਨਤਾਰਨ।